ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਗੋਚ ਬੈਠੇ ਸੰਤ ਪਿਆਰਿਓ ਵਡਭਾਗੀ, ਇਹ ਘੜੀਆਂ ਇਹ ਪਲ ਖੇਨ ਖੇਨ ਗੁਰਮਖੋ ਇੱਕ ਵਾਰ ਬੋਲਿਆ ਵੀ ਵਾਹਿਗੁਰੂ ਅਮੋਲਿਆ। ਤੇ ਸਤਿਗੁਰ ਜੀ ਇਸੇ ਅਮੁੱਲਤਾ ਦੀ ਹੀ ਗੱਲ ਕਰ ਰਹੇ ਨੇ। 817 ਨੰਬਰ ਅੰਗ ਤੇ ਰਾਗ ਬਿਲਾਵਲ ਮਹੱਲਾ ਪੰਜਵਾਂ, ਦੁੱਪ ਦੇ ਘਰ ਪੰਜਵਾਂ। ਪੰਜਵੇਂ ਗੁਰੂ ਪਿਤਾ ਜੀ ਦੇ ਪੰਜਵੇਂ ਘਰ ਦੇ ਵਿੱਚ ਸ਼ਬਦ ਨੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕੋ ਹੀ ਮਾਲਕ ਸਦਾ ਹੀ, ਪਹਿਲਾਂ ਵੀ ਜਗਤ ਵੇਲੇ ਵੀ ਅੱਜ ਵੀ ਕੱਲ੍ਹ ਵੀ। ਇੱਕ ਓਂਕਾਰ, ਇਹ ਗੁਰਮੁਖੋ ਤ੍ਰੈ ਗੁਣ ਮਾਇਆ ਦੀ ਗੱਲ ਪੂਰਨ ਗਿਆਨ ਆ ਤੁਹਾਡੇ ਤੇ ਮਾਲਕ ਦੀ ਬਖਸ਼ਿਸ਼। ਇਹ ਮਾਇਆ ਹੀ ਬਹੁਤ ਵੱਡੀ ਹੈ। ਸਤਿਗੁਰੂ ਜੀ ਕਹਿੰਦੇ ਸਤਿਗੁਰ ਪ੍ਰਸਾਦ ਸਭਨਾਂ ਦੇ ਅੰਦਰ। ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਸਾਡੇ ਤੇ ਵੀ ਉਹ ਪ੍ਰਸਾਦ ਕਿਰਪਾ ਕਰ ਰਹੇ ਨੇ ਤੇ ਗੁਰਬਾਣੀ ਬੋਲ ਰਹੇ ਨੇ, ਲਿਖ ਰਹੇ ਨੇ। ਸਾਰੀ ਕਿਰਪਾ ਮਾਲਕ ਦੀ ਗੁਰਮੁਖੋ। ਤੇ ਸਤਿਗੁਰੂ ਜੀ ਕਹਿੰਦੇ ਅਵਰ ਅਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ, ਰੋਗ ਸੀਤਲ ਮਨ ਭਿਆ। ਦੇਖੋ ਗੁਰਮੁਖੋ, ਮਾਨਸ ਜਨਮ ਕਿੰਨਾ ਕੁ ਦੁਖੀ ਆ। ਜਦੋਂ ਦੁੱਖ ਲੱਗਦੀ ਉਦੋਂ ਪਤਾ ਲੱਗਦਾ ਕਿ ਵਾਕਿਆ ਹੀ ਦੁਖੀ ਨੇ। ਦੁੱਖ ਲੱਗਦਾ ਤੁਸੀਂ ਲੈਬ 'ਚ ਜਾਂਦੇ ਹੋ, ਲੈਣਾ ਲੱਗੀਆਂ। ਦੁੱਖ ਲੱਗਦਾ ਡਾਕਟਰ ਕੋਲ ਜਾਂਦੇ ਹੋ, ਲੈਣਾ ਲੱਗੀਆਂ। ਦੁੱਖ ਲੱਗਦਾ ਤੇ ਗੁਰਮੁਖੋ ਹਸਪਤਾਲ ਪਹੁੰਚਦੇ ਹੋ, ਜਗ੍ਹਾ ਹੀ ਨਹੀਂ ਹੈਗੀ। ਦਵਾਈਆਂ ਤੇ ਦੁਕਾਨ ਤੇ ਜਾਂਦੇ ਹੋ ਤੇ ਉੱਥੇ ਵੀ ਬੱਲੇ ਬੱਲੇ ਇੰਨੇ ਰੋਗੀ। ਤੇ ਗੁਰਮੁਖੋ ਸਿਰਫ ਇਹ ਰੋਗ ਮਾਨਸ ਜਨਮ ਨੂੰ ਹੀ ਆ, ਜ਼ਿਆਦਾ 84 ਲੱਖ ਜੂਨਾਂ ਨੂੰ ਨਹੀਂ। ਲੇਕਿਨ ਮਾਨਸ ਜਨਮ ਦੇ ਵਿੱਚ ਹੀ ਮਾਲਕ ਦੀ ਉੱਚੀ ਬਖਸ਼ਿਸ਼ ਆ ਇਹਨਾਂ ਰੋਗਾਂ ਤੋਂ ਮੁਕਤ ਹੋਣ ਦੀ। ਤੇ ਗੁਰਮੁਖੋ ਇਹ ਤਨ ਦੇ ਰੋਗ, ਮਨ ਦੇ ਰੋਗ, ਦੁੱਖ ਜਾਂ ਭੁੱਖ, ਇਹ ਦੋਵੇਂ ਚੀਜ਼ਾਂ ਹੈ ਤੇ ਰੋਗ ਹੀ ਰੋਗ ਆ। ਤੇ ਗੁਰਮੁਖੋ ਹਰ ਪਰਿਵਾਰ ਕੋਸ਼ਿਸ਼ ਕਰ ਰਿਹਾ ਕਿ ਤਨ ਦੇ ਮਨ ਦੇ ਰੋਗਾਂ ਤੋਂ ਨਿਕਲਿਆ ਜਾਵੇ, ਦੁੱਖਾਂ ਚੋਂ ਨਿਕਲਿਆ ਜਾਵੇ। ਲੇਕਿਨ ਨਿਕਲਣ ਲਈ ਉਪਾਅ ਜਿਹੜੇ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ। ਇਹ ਮਾਨਸ ਜਨਮ ਦੇ ਜੀਵ, ਇਹ ਪਰਿਵਾਰ ਪੂਰੇ ਦਾ ਪੂਰਾ ਦੁੱਖਾਂ ਚੋਂ ਬਾਹਰ ਨਿਕਲਣ ਲਈ ਜੋ ਕੁਝ ਵੀ ਕਰ ਰਿਹਾ, ਸਾਰਾ ਕੁਝ ਅਗਿਆਨਤਾ 'ਚ ਕਰ ਰਿਹਾ। ਸਾਰੇ ਪਰਿਵਾਰ ਦੀ ਇੱਕ ਹੀ ਮਨਸਾ ਆ, ਪੈਸਾ, ਕੋਠੀ ਵੱਡੀ, ਮੋਟਰ ਗੱਡੀਆਂ। ਧੋਖਾ ਕਰੋ, ਹੇਰਾ ਫੇਰੀ ਕਰੋ, ਝੂਠ ਬੋਲੋ, ਜੋ ਮਰਜ਼ੀ ਕਰੋ, ਇਹ ਪੈਸੇ ਦੇ ਨਾਲ ਅਸੀਂ ਸੁਖੀ ਹੋ ਜਾਵਾਂਗੇ। ਕੋਠੀ ਵੱਡੀ ਪਾਉਣ ਨਾਲ, ਮੋਟਰ ਗੱਡੀ ਨਾਲ ਸੁਖੀ ਹੋ ਜਾਵਾਂਗੇ। ਬੱਚੇ ਪੜ੍ਹ ਜਾਣਗੇ, ਸੁਖੀ ਹੋ ਜਾਵਾਂਗੇ। ਅੱਜ ਕੱਲ੍ਹ ਇੱਕ ਬਿਮਾਰੀ ਲੱਗੀ ਬਾਹਰ ਜਾਣ ਦੀ, ਸੁਖੀ ਹੋ ਜਾਵਾਂਗੇ। ਤੇ ਗੁਰਮੁਖੋ ਕੋਈ ਸੁਖੀ ਹੋ ਰਿਹਾ ਦੇਖ ਰਹੇ ਹੋ? ਕੋਈ ਹੈ ਸੁਖੀ ਗੁਰਮੁਖੋ? ਕੋਈ ਸੁਖੀ ਨਹੀਂ। ਦੁੱਖ ਹੀ ਦੁੱਖ ਆ, ਵੱਧਦੇ ਹੀ ਜਾ ਰਹੇ ਨੇ। ਹਰ ਘਰ ਨੂੰ ਪੁੱਛੋ ਕਿ ਉਹ ਸੁਖੀ ਨੇ? ਏਡੀ ਵੱਡੀ ਕੋਠੀ ਬਣਾਈ ਆ, ਸੁਖੀ ਉਹ ਸਾਰਾ ਟੱਬਰ ਹੀ, ਕਦੀ ਜਹਾਜ਼ ਵਿੱਚ ਬਾਹਰ, ਕਦੀ ਅੰਦਰ। ਨਾ, ਕੋਈ ਸੁਖੀ ਨਹੀਂ ਗੁਰਮੁਖੋ। ਕੋਈ ਵਿਰਲਾ ਹੀ ਜੀ ਰੁਕਦਾ ਆ ਗੁਰਦੁਆਰੇ ਦੇ ਅੰਦਰ। ਸਤਿਗੁਰ ਜੀ ਅੱਗੇ ਬੇਨਤੀ ਕਰਦਾ ਕਿ ਮੈਨੂੰ ਰੋਗ ਬੜੇ ਲੱਗੇ ਨੇ, ਇਹਨਾਂ ਰੋਗਾਂ ਦੀ ਦਵਾਈ ਕਿਹੜੀ ਆ? ਤੇ ਗੁਰਮੁਖੋ ਬਾਕੀ ਤੇ ਘੁੰਮ ਕੇ ਚਲੇ ਜਾਂਦੇ ਨੇ, ਛੂੰ ਕਰਕੇ ਗੱਡੀ 'ਚ ਬੈਠ ਕੇ ਕਿਸੇ ਡੇਰੇ 'ਤੇ, ਕਿਸੇ ਸਰੀਰ ਦੇ ਨਾਲ। ਕਿਸੇ ਵਿਰਲੇ ਨੂੰ ਇਹ ਸਤਿਗੁਰ ਜੀ ਦ੍ਰਿੜਤਾ ਕਰਾਉਂਦੇ ਨੇ ਕਿ ਸਾਰੇ ਰੋਗਾਂ ਦਾ ਇਲਾਜ ਗੁਰਦੁਆਰਾ। ਬਸ ਗੁਰਦੁਆਰੇ 'ਚ ਆ ਕੇ 4 ਯੁੱਗਾਂ ਤੋਂ ਕੀਤੇ ਹੋਏ ਪਾਪ ਧੋ ਲਓ। ਤੇ ਕਿਸੇ ਵਿਰਲੇ ਨੂੰ ਹੀ ਪਾਪ ਧੋਣ ਦੀ ਗੁਰਮੁਖੋ ਬਖਸ਼ਿਸ਼ ਮਾਲਕ ਦਿੰਦੇ ਨੇ, ਗਿਆਨ ਦਿੰਦੇ ਨੇ। ਵਿਰਲਾ ਹੀ ਜੀ ਪੜ੍ਹਦਾ ਵਾ ਕਿ ਪ੍ਰਭ ਕੇ ਸਿਮਰਨ ਦੇ ਨਾਲ
ਰੋਗ ਮਿਟ ਸਕਦੇ, ਹੋਰ ਕੋਈ ਤਰੀਕਾ ਨਹੀਂ। ਤੇ ਇੱਥੇ ਸਤਿਗੁਰੂ ਜੀ ਸਾਨੂੰ ਕਹਿ ਰਹੇ ਨੇ, ਆਵਰ ਅਪਾਵ ਸਭ ਤਿਆਗਿਆ, ਦਾਰੂ ਨਾਮ ਲਿਆ। ਕਹਿੰਦੇ ਸਭ ਤਰ੍ਹਾਂ ਦੇ ਜਿੰਨੇ ਵੀ ਅਪਾਵ ਸੀ, ਦੁੱਖਾਂ ਨੂੰ ਦੂਰ ਕਰਨ ਤੇ, ਉਹ ਸਾਰੇ ਅਸੀਂ ਤਿਆਗ ਦਿੱਤੇ ਤੇ ਅਸੀਂ ਨਾਮ ਜਿਹੜਾ ਦਾਰੂ ਸੀ ਉਹ ਲੈ ਲਿਆ। ਵਾਹਿਗੁਰੂ 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 ਨਾਮ ਚਿਤਾਵਨ ਕਾ ਸਦਕਾ ਸਰਬ ਸੁਖ ਹੋਣ। ਤੇ ਕਹਿੰਦੀ ਦਾਰੂ ਲਾਉਣ ਦੇ ਨਾਲ ਤਾਪ ਪਾਪ ਸਭ ਮਿਟੇ, ਰੋਗ ਸਭ ਮਿਟੇ ਰੋਗ। ਸਤਿਗੁਰੂ ਜੀ ਕਹਿ ਰਹੇ ਨੇ। ਤੇ ਜੇ ਨਹੀਂ ਕਿਹਾ ਕਿ ਇੱਕ ਰੋਗ ਮਿਟਿਆ, ਦੋ ਮਿਟੇ, ਬਾਕੀ ਰਹਿ ਗਏ। ਸਤਿਗੁਰੂ ਜੀ ਕਹਿ ਰਹੇ ਤਨ ਤੇ ਮਨ ਦੇ ਤਾਪ ਪਾਪ ਵੀ ਮਿਟ ਗਏ, ਸਾਰੇ ਰੋਗ ਵੀ ਮਿਟ ਗਏ। ਸੀਤਲ ਮਨ ਪਿਆ, ਇਹ ਮਨ ਠੰਡਾ ਹੋ ਗਿਆ, ਸੀਤਲ ਹੋ ਗਿਆ। ਤੇ ਗੁਰਮੁਖੋ ਦ੍ਰਿੜ ਵਿਸ਼ਵਾਸ ਜੇ ਮਾਲਕ ਬਖਸ਼ਿਸ਼ ਕਰ ਦੇਣ, ਇਹ ਵਾਹਿਗੁਰੂ ਸਾਰੇ ਦੁੱਖਾਂ ਦਾ ਇਲਾਜ ਹੈ। ਪਰ ਜਿੰਨਾ ਚਿਰ ਇਹ ਨਹੀਂ ਪਤਾ ਲੱਗਦਾ ਗੁਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ, ਇਹ ਗੱਲ ਵੀ ਜਿਹੜੇ ਸਤਿਗੁਰੂ ਜੀ ਦ੍ਰਿੜ ਕਰ ਰਹੇ ਨੇ ਕਿ ਗੁਰੂ ਪੂਰੇ ਨੂੰ ਅਰਾਧਨ ਦੇ ਨਾਲ ਹੀ ਸਾਰੇ ਦੁੱਖ ਗਏ। ਤੇ ਗੁਰਮੁਖੋ ਬਿਲਕੁਲ ਬੜੇ ਹਿਸਾਬ ਦੇ ਨਾਲ ਸੁਣ ਲਓ। ਸਵਾਸ ਗਰਾਸ ਸਿਮਰਨ ਠੀਕ ਕਰ ਰਹੇ ਹੋ, ਗਲਤ ਕਰ ਰਹੇ ਹੋ, ਇਹ ਫਿਰ ਜਾ ਕੇ ਸਵੇਰੇ ਕਥਾ ਸੁਣ ਕੇ ਵੀ ਦੇਖ ਲਿਓ। ਜਿੰਨਾ ਚਿਰ ਜੁਗਤੀ ਪੂਰਨ ਰੂਪ ਦੇ ਵਿੱਚ ਨਹੀਂ ਆਉਂਦੀ ਸਵਾਸ ਗਰਾਸ ਦੀ ਸੱਚੀ ਸੰਗਤ 'ਚ, ਫਲ ਨਹੀਂ ਲੱਗਣਗੇ, ਫੁੱਲ ਵੀ ਨਹੀਂ ਲੱਗਣਗੇ, ਨਹੀਂ ਲੱਗਣਗੇ। ਬਿਲਕੁਲ ਅਡੋਲ ਬੈਠ ਕੇ ਇਹ ਰਸਨਾ, ਬੜੇ ਚਤਰ ਸਿਆਣੇ ਆ, ਪਰ ਜਿੰਨਾ ਚਿਰ ਮਾਲਕ ਨਹੀਂ ਬਖਸ਼ਿਸ਼ ਕਰਦਾ, ਜਿਹਦੀ ਮੱਤ ਨਹੀਂ ਕੰਮ ਕਰਦੀ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਇਹਨੂੰ ਛੋਟਾ ਬੋਲੋ ਜਾਂ ਵੱਡਾ ਬੋਲੋ। ਵਾਹ ਵੇਲੇ ਹਲਕਾ ਜਿਹਾ ਪੇਟ ਪਿੱਛੇ ਨੂੰ, ਵਾਹ ਗੁਰੂ ਅੱਗੇ ਨੂੰ ਇੱਕ ਹੀ ਸਵਾਸ 'ਚ, ਵਾਹ ਪੇਟ ਪਿੱਛੇ ਨੂੰ ਥੋੜ੍ਹਾ ਜਿਹਾ, ਰੀੜ੍ਹ ਦੀ ਹੱਡੀ ਵੱਲ ਨੂੰ, ਗੁਰੂ ਅੱਗੇ ਨੂੰ ਇੱਕ ਹੀ ਸਵਾਸ 'ਚ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਇੱਥੇ ਕਾਮਯਾਬ ਹੋ ਕੇ ਮਾਲਕ ਅੱਗੇ ਤਰਲਾ ਮਾਰ ਕੇ, ਇਹ ਜੋ ਤੁਹਾਡੀ ਰਸਨਾ 'ਚੋਂ ਆਵਾਜ਼ ਨਿਕਲ ਰਹੀ, ਧੁੰਨਵੇਂ ਧਿਆਨ, ਇਹ ਬੋਲੀ ਹੋਈ ਆਵਾਜ਼ ਨੂੰ ਕੰਨਾਂ 'ਚ ਸੁਣ ਲਓ। ਇਹ ਭੁੱਲ ਜੋ ਪੇਟ ਅੱਗੇ ਪਿੱਛੇ, ਤੇ ਪ੍ਰੈਕਟਿਸ ਕਰ ਲਈ ਤੁਸੀਂ। ਉਸ ਤੋਂ ਬਾਅਦ ਆਵਾਜ਼ ਹੀ ਸਭ ਕੁਝ ਆ। ਵਾਹ ਗੁਰੂ ਵਾਹ ਗੁਰੂ, ਆਪਣੀ ਆਵਾਜ਼। ਥੋੜ੍ਹਾ ਸਮਾਂ ਸੰਗਤ ਦੀ ਆਵਾਜ਼ ਸੁਣੋਗੇ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਹੌਲੀ ਹੌਲੀ ਆਪਣੀ ਆਵਾਜ਼ ਨੂੰ ਪਕੜੋਗੇ। ਸੰਗਤ ਦੀ ਆਵਾਜ਼ ਨੂੰ ਸ਼ੁਰੂ 'ਚ ਸੁਣ ਸਕਦੇ ਹੋ, ਲੇਕਿਨ ਮੂਲ ਰੂਪ 'ਚ ਸਿਰਫ ਆਪਣੀ ਹੀ ਆਵਾਜ਼ ਸੁਣਨੀ ਆ। ਇਹ ਆਵਾਜ਼ ਜ਼ਰੂਰ ਮਾਲਕ ਅੱਗੇ ਬੇਨਤੀ ਕਰੋ, ਸੁਣ ਲੋਗੇ। ਪੂਰਨਤਾ ਕਿੱਥੇ ਆ? ਜਿੱਥੇ ਵਾਹ ਹੀ ਸੁਣਾਈ ਦੇ ਰਿਹਾ ਵਾ ਕੰਨਾਂ ਨੂੰ, ਬਸ ਰਸਨਾ ਨੂੰ ਭੁੱਲ ਹੀ ਗਏ ਹੋ। ਕੰਨ ਵਾਹਿਗੁਰੂ ਵਾਹਿਗੁਰੂ ਹੀ ਸੁਣ ਰਹੇ ਹਨ, ਬਸ ਇੱਥੇ ਤੁਸੀਂ ਸਵਾਸ ਗਰਾਸ ਪੂਰਨ ਕਰ ਲਿਆ। ਇਹ ਕੰਨਾਂ 'ਚ ਮਨ ਜਿਉਂ-ਜਿਉਂ ਸੁਣੇਗਾ, ਵਿਚਾਰ ਮਿਟਣਗੇ। ਇਹ ਜੋ ਹੜ੍ਹ ਆਇਆ ਹੋਇਆ ਵਿਚਾਰਾਂ ਦਾ, ਮਿਟਣਗੇ। ਤੇ ਗੁਰਮੁਖ ਹੋਈ ਜਦੋਂ ਵਿਚਾਰ ਮਿਟਣਗੇ, ਸਾਧ ਸਾਧ ਸਿਮਰਨ ਦੇ ਉੱਤੇ ਜ਼ਿਆਦਾ ਜੁਗਤੀ ਦੀ ਲੋੜ ਨਹੀਂ। ਸਹਿ ਸੁਭਾਅ ਹੀ ਸਵਾਸ ਗਰਾਸ ਸਿਮਰਨ ਕਰੋ, ਇਹ ਆਪਣੇ ਆਪ ਹੀ ਰਸਨਾ ਤੇ ਸਾਥ ਸਾਥ ਸ਼ੁਰੂ ਹੋ ਜਾਏਗਾ। ਇਹ ਬੋਲਦਾ ਹੋਇਆ ਜੀ ਰਸਨਾ ਦੇ ਉੱਤੇ ਬੋਲਣ ਲੱਗ ਪਏਗਾ, ਲੇਕਿਨ ਰਸਨਾ ਦੇ ਉੱਤੇ ਧਿਆਨ ਰੱਖਣਾ ਕਿ ਵਾਹਿਗੁਰੂ ਬੋਲ ਰਿਹਾ। ਧਿਆਨ ਹੀ ਮਾਨਿਆ ਜੋ ਕੰਨਾਂ 'ਚ ਹੀ, ਉਹ ਹੁਣ ਸਿਰਫ ਰਸਨਾ ਦੇ ਉੱਤੇ। ਸਵਾਸ ਗਰਾਸ ਰਸਨਾ 'ਤੇ ਬੋਲ ਰਹੇ ਹੋ, ਕੰਨਾਂ 'ਚ ਸੁਣ ਰਹੇ ਹੋ। ਸਾਥ ਸਾਥ ਸਿਰਫ ਰਸਨਾ 'ਤੇ ਧਿਆਨ, ਛੋਟਾ ਜਾਂ ਵੱਡਾ, ਸ਼ੁਰੂਆਤੀ ਤੌਰ ਦੇ ਉੱਤੇ ਇਹਨੂੰ ਬੋਲੀ ਜਾਣਾ ਹੁੰਦਾ। ਵਾਹਿਗੁਰੂ 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 ਵਾਹਿਗੁਰੂ। ਨੇਤਰਾਂ 'ਚ ਨਹੀਂ ਧਿਆਨ, ਰਸਨਾ 'ਤੇ।
ਕੁਝ ਸਮੇਂ ਤੋਂ ਬਾਅਦ ਇਹ ਆਵਾਜ਼ ਅੰਦਰ ਚਲੇ ਜਾਏਗੀ। ਕੋਈ ਘਬਰਾਉਣਾ ਨਹੀਂ। ਸ਼ੁਰੂ 'ਚ ਤੁਸੀਂ ਉੱਚੀ ਆਵਾਜ਼ ਕਰ ਸਕਦੇ ਹੋ, ਵਾਹਿਗੁਰੂ 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 ਵਾਹਿਗੁਰੂ। ਇਹ ਗੁਰਮੁਖ ਜੋ ਅੰਮ੍ਰਿਤ ਵੇਲੇ ਸਿਮਰਨ ਕਰਦੇ ਨੇ ਪਹਿਲੇ ਟਾਈਮ, ਮਾਲਕ ਦੀ ਹੀ ਨਜ਼ਰ ਸਮਝੋ ਇਹਨਾਂ ਦੇ ਉੱਤੇ। ਦਾਸ ਨੇ ਪੂਰੀ ਤਰ੍ਹਾਂ ਅਨੁਭਵ ਕੀਤਾ, ਮਾਲਕ ਨੇ ਕਰਾਇਆ ਵੀ ਇਹਨਾਂ ਦੇ ਸਿਮਰਨ ਦੇ ਉੱਤੇ ਦੋਵੇਂ ਸਿਮਰਨ ਹੀ ਚੱਲ ਸਕਦੇ ਨੇ ਲਗਾਤਾਰ। ਤੁਹਾਡੇ ਸਭਨਾਂ ਕੋਲ ਰਿਕਾਰਡਿੰਗ ਹੈ, ਤੁਹਾਡੇ ਕੋਲ ਰਿਕਾਰਡਿੰਗ 11ਵੇਂ ਮਹੀਨੇ ਦੀ ਆ, ਤੁਸੀਂ 12ਵੇਂ ਦੀ ਵੀ ਕਰਾ ਸਕਦੇ ਹੋ, ਜਨਵਰੀ ਦੀ ਵੀ ਕਰਾ ਸਕਦੇ ਹੋ। ਅਤੇ ਇਹ MP3 ਨੂੰ ਲਾ ਛੱਡੋ, ਬੈਟਰੀ ਜੇ ਡਾਊਨ ਹੋ ਗਈ ਉਹ ਲੰਮੀ ਤਾਰ ਲਾਓ, ਚਾਰਜ 'ਤੇ ਲਾ ਛੱਡੋ, ਕੋਈ ਫਰਕ ਨਹੀਂ ਪੈਂਦਾ। ਲਗਾਤਾਰ ਹੀ ਬਿਜਲੀ ਨਾ ਚਲਾਓ, ਲਾਈਟ ਚਲੇ ਜੇ ਕੋਈ ਚੱਲਦਾ ਰਹੂ। ਇਹ ਦੋਨੋਂ ਹੀ ਸਿਮਰਨ ਇਹਨਾਂ ਦੇ ਮਾਲਕ ਦੀ ਨਜ਼ਰ ਨਾਲ ਚੱਲ ਸਕਦੇ ਨੇ, ਜੋ ਅਨੁਭਵ ਕੀਤਾ ਆ ਇਸ ਮੂਰਖ ਨੇ। ਮਾਲਕ ਨੇ ਪੂਰੀ ਤਰ੍ਹਾਂ ਅਨੁਭਵ ਕਰਾਇਆ, ਤੁਸੀਂ ਕੋਸ਼ਿਸ਼ ਕਰਕੇ ਦੇਖੋ। ਅਤੇ ਗੁਰਮੁਖ ਇਹ ਦੋ ਸਿਮਰਨ ਜ਼ਿਆਦਾ ਤੋਂ ਜ਼ਿਆਦਾ ਕਰਨ ਦੇ ਨਾਲ ਤੁਹਾਡੇ ਪਾਪ ਮਿਟਣਗੇ, ਗੱਲੀ ਬਾਤੀ ਨਹੀਂ ਮਿਟਣਗੇ। ਸਰੀਰ ਨਹੀਂ ਹਿੱਲਣ ਦੇਣਾ ਹੁੰਦਾ, ਇੱਧਰ ਉੱਧਰ ਨਹੀਂ ਦੇਖਣਾ ਹੁੰਦਾ, ਪੂਰੀ ਤਰ੍ਹਾਂ ਸ਼ਬਦ ਦੇ ਵਿੱਚ ਲੀਨ ਹੋਣਾ ਹੁੰਦਾ। ਗੁਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ। ਅਤੇ ਗੁਰਮੁਖੋ ਜਿੱਥੇ ਸਾਧ ਸਾਧ ਸਿਮਰਨ ਰਸਨਾ 'ਤੇ ਚੱਲੇਗਾ, ਤੁਸੀਂ ਬੈਠੇ ਬੈਠੇ ਸੌਂ ਜਾਓਗੇ। ਇਹ ਮਨ ਸਮਾਧੀ 'ਚ ਚੜੇ ਗਿਆ। ਇਹ 3 ਪੌੜੀਆਂ ਹਰ ਗੁਰਮੁਖ ਨੂੰ ਜ਼ਰੂਰੀ ਆ। ਜੇ ਉਹ ਗੁਰਮੁਖ 1 ਮਹੀਨੇ 'ਚ ਪੌੜੀਆਂ ਨਹੀਂ ਚੜ੍ਹਦਾ, ਉਹ ਕੱਚਾ ਸਟੂਡੈਂਟ ਆ। ਚੜੇ ਜਾਏਗਾ ਗੁਰਮੁਖੋ, ਸੰਗਤ ਛੱਡ ਜਾਏਗਾ, ਭਰੋਸਾ ਨਹੀਂ ਬਣੇਗਾ। ਅਤੇ ਪੂਰਾ ਗੁਰੂ ਗੁਰਮੁਖੋ ਗੁਰ ਪੂਰਾ ਅਰਾਧਿਆ, ਇਹੀ ਆ ਵਾਹਿਗੁਰੂ ਵਾਹਿਗੁਰੂ। ਪੂਰਾ ਗੁਰੂ ਸਗਲਾ ਦੁੱਖ ਗਿਆ। ਸਾਰੇ ਦੁੱਖ ਸਤਿਗੁਰ ਜੀ ਕਹਿ ਰਹੇ 2 4 5 10 ਨਹੀਂ, ਸਾਰੇ ਚਲੇ ਗਏ। ਰੱਖਣ ਹਾਰੇ ਰੱਖਿਆ ਆਪਣੀ ਕਾਰ ਮਿਆ। ਮਾਲਕ ਨੇ ਹੀ ਮਿਹਰ ਕੀਤੀ, ਇਹ ਨਹੀਂ ਭੁੱਲਣਾ। ਮਾਲਕ ਨੇ ਹੀ ਸਵਾਸ ਗਰਾਸ ਦੀ ਜੁਗਤੀ ਦਿੱਤੀ, ਸਾਸ ਦੀ ਸੱਚੀ ਸੰਗਤ ਦਿੱਤੀ, ਅਗਿਆਨਤਾ ਦੂਰ ਕੀਤੀ, ਕਦੀ ਨਹੀਂ ਭੁੱਲਣਾ। ਚਤਰ ਸਿਆਣੇ ਜੀ ਬਹੁਤ ਨੇ ਗੁਰਮੁਖੋ, ਨਹੀਂ ਪਤਾ ਲੱਗ ਰਿਹਾ ਵਾਹਿਗੁਰੂ ਕਿਵੇਂ ਬੋਲਣਾ, ਮਨ ਹੀ ਨਹੀਂ ਮੰਨਦਾ। 100% ਦ੍ਰਿੜਤਾ ਰੱਖਣੀ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ, ਅਸੀਂ ਨਹੀਂ ਇੰਨੇ ਜੋਗੇ। ਆਪਣੀ ਕਾਰ ਮਿਆ ਰਹਾਓ ਤੋਂ ਅੱਗੇ ਕਹਿੰਦੇ ਨੇ, ਬਾਂਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ। ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ। ਚਤਰਾਈ ਕੋਈ ਨਹੀਂ, ਸਿਆਣਪ ਕੋਈ ਨਹੀਂ, ਮਾਲਕ ਨੇ ਹੀ ਇਸ ਮਾਇਆ ਦੇ ਘਰ ਦੇ ਵਿੱਚੋਂ ਬਾਂਹ ਪਕੜ ਪ੍ਰਭ ਕਾਢਿਆ। ਗੁਰਮੁਖੋ ਸਾਡੇ 'ਚ ਕੋਈ ਵਡਿਆਈ ਤਾਂ ਹੈ ਨਹੀਂ। ਚਤਰ ਨੇ, ਸਿਆਣੇ ਨੇ, ਗਿਆਨੀ ਧਿਆਨੀ ਜੀ ਨੇ, ਪਰ ਮਾਲਕ ਦਾ ਬਿਰਦ ਹੈ। ਜਿਹਨੂੰ ਮਰਜ਼ੀ ਬਾਂਹ ਪਕੜ ਕੇ ਇਹ ਦੁੱਖਾਂ ਭਰੇ ਸੰਸਾਰ 'ਚੋਂ ਬਾਹਰ ਕੱਢ ਕੇ ਸੱਚੀ ਸੰਗਤ ਦੇ ਦਿੰਦੇ ਨੇ। ਸੱਚੀ ਸੰਗਤ 'ਚ ਸਮਝਾ ਦਿੰਦੇ ਨੇ, ਤੂੰ ਕੀ ਬੋਲਣਾ ਕੀ ਨਹੀਂ ਬੋਲਣਾ, ਕੀ ਕਰਨਾ ਆ ਕੀ ਨਹੀਂ ਕਰਨਾ। ਅਗਿਆਨਤਾ ਦੂਰ ਕਰ ਦਿੰਦੇ ਨੇ, ਗਿਆਨ ਦੀ ਬਖਸ਼ਿਸ਼। ਅਤੇ ਗੁਰਮੁਖੋ ਜਿੰਨਾ ਮਰਜ਼ੀ ਧਨ ਇਕੱਠਾ ਕਰ ਲਓ, ਦੁਨੀਆਦਾਰੀ ਇਕੱਠੀ ਕਰ ਲਓ, ਜੋ ਮਰਜ਼ੀ ਕਰੀ ਜੋ। ਵੇਖੋ ਜਪਜੀ ਸਾਹਿਬ ਦੇ ਵਿੱਚ 2 ਚੀਜ਼ਾਂ ਸਤਿਗੁਰੂ ਜੀ ਦੀਆਂ ਯਾਦ ਰੱਖੋ ਕਿ ਸਮੁੰਦਰ ਵਰਗਾ ਪਹਾੜਾਂ ਵਰਗਾ ਸ਼ਾਹ ਕੌਡੀ ਦਾ ਨਹੀਂ ਹੈਗਾ। 40 ਯੁੱਗ ਲੰਮੀ ਉਮਰ ਹੋ ਜੇ, ਦੁਨੀਆ ਸਾਰੀ ਅੱਗੇ ਪਿੱਛੇ ਘੁੰਮੇ, ਵਡਿਆਈ ਕਰੇ, ਜਿੰਦਾਬਾਦ ਕਵੇ, ਧੰਨ ਆਏ ਪ੍ਰਧਾਨ ਮੰਤਰੀ, ਧੰਨ ਆਏ ਰਾਸ਼ਟਰਪਤੀ, ਧੰਨ ਆਏ ਕੌਡੀ ਦਾ ਨਹੀਂ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ। ਇਹ ਸਿਮਰਨ ਹੀ ਸਭ ਕੁਝ ਆ। ਮਾਲਕ ਤੁਹਾਡੇ ਨੇੜੇ ਆ, ਅੰਦਰ ਆ, ਬਾਹਰ ਆ, ਕਿਤੇ ਵੀ ਦੂਰ ਨਹੀਂ ਹੈਗੀ। ਅਤੇ ਮਾਲਕ ਨੇ ਹੀ ਬਾਂਹ ਪਕੜ ਕੇ ਦੁਨੀਆ 'ਚੋਂ ਕੱਢ ਲਿਆ, ਧੰਦਿਆਂ 'ਚੋਂ ਕੱਢ ਲਿਆ। ਕੋਈ ਸਿਆਣੇ ਥੋੜ੍ਹੇ ਆ, ਅਸੀਂ ਮੂਰਖ ਹਾਂ ਗੁਰਮੁਖੋ, ਸਾਡੇ ਨੂੰ ਦੁਨੀਆ ਕਿਤੇ ਸਿਆਣੀ ਆ। ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ। ਹੁਣ ਰਾਤ ਦਿਨੇ ਸਿਮਰਨ ਕਰਦੇ ਹਾਂ। ਗੁਰੂ ਪਿਤਾ ਜੀ ਕਹਿੰਦੇ ਪੂਰੀ ਤਰ੍ਹਾਂ ਨਿਰਭਇਆ, ਕੋਈ ਡਰ ਨਹੀਂ, ਕੋਈ ਦੁੱਖ ਨਹੀਂ, ਕੋਈ ਭੈ ਨਹੀਂ। ਮਾਲਕ ਨੇ ਬਖਸ਼ਿਸ਼ ਕਰਤੀ ਆ। ਅਤੇ ਗੁਰਮੁਖ ਹੋਏ ਸਿਮਰਨ ਹੀ ਸਭ ਕੁਝ ਆ। ਉੱਠਦੀਆਂ ਬੈਠਦੀਆਂ ਦੋਨਾਂ 'ਚੋਂ ਇੱਕ ਸਿਮਰਨ, ਇਹਨੂੰ ਬਹੁਤ ਵੱਡੀ ਬਖਸ਼ਿਸ਼ ਸਮਝੋ। ਰਾਤ ਦਿਨੇ ਵੰਜ ਇਕੱਠਾ ਕਰੋ, ਜ਼ਿਆਦਾ ਤੋਂ ਜ਼ਿਆਦਾ, ਘੰਟਿਆਂ ਦੇ ਹਿਸਾਬ ਨਾਲ ਘੁੰਮਣਾ ਨਹੀਂ।
ਪੂਰੀ ਤਰ੍ਹਾਂ ਸਿਮਰਨ ਰਾਤ ਦਿਨੇ। ਇਸ ਤੋਂ ਅੱਗੇ ਜਾਣ ਦੀ ਲੋੜ ਹੀ ਨਹੀਂ। ਸੱਚੀ ਸੰਗਤ ਦੋਨੋਂ ਟਾਈਮ ਦੀ ਅਮੁੱਲ ਬਖਸ਼ਿਸ਼ ਹੈ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।